10वीं क्लास के बहुत ही प्यारे बच्चों, अज आप जिहड़ा साइंस विषय का 12वां पाठ है जिसका नाम सीगा बिजली, उस दे विचों ही आप पहले 2 लैक्चरां तो अगला सिलेबस जिहड़ा आप अगे वधा रहे हैं। अज आप जिसकी गल करांगे वो हैगी है वस्तुओं के प्रतिरोध की परख करनी। तो वस्तुओं के प्रतिरोध की परख करने के लिए अपने को अपनी साइंस विषय की जिहड़ी किताब है उस दे विच क्रिया 12.2 हैगी है, जिस राही आप पता कर सकते हैं कि किहड़े-किहड़े पदार्थों का जिहड़ा प्रतिरोध है वो वध या घट होंदा है। तो उस लिए आप एक सब तो पहला सर्किट डायग्राम जिहड़ी हैगी है वो आप ड्रा करांगे। सर्किट डायग्राम दे विच आपां नूं 2 पॉइंट खुले छड्डने पैणगे, क्योंकि आप 3 उपकरण लै रहे हैं जिन्हां दा प्रतिरोध की परख करने लिए आप उपयोग करांगे। सब तो पहला मैं सर्किट डायग्राम ड्रॉ करदा। ये सर्किट डायग्राम अपने किताब विच भी बनी हुई है, तो बिल्कुल एज यूजुअल मैं उस तरह बना लें। आ 2 खुले सिरे है जिहड़े आप ओपन छड्डे आ, इन्हां खुले सिरिਆਂ ਨੂੰ ਆਪਾਂ XY ਦਾ नाम दे ਦਾਂਗੇ। इधर आप 4 सैल लगावांगे, 4 सैलों वाली एक बैटरी, इस तो अगे आप स्विच या जिन्हों आप कुंजी कहने हैं वो लगावांगे। तो ये एक सर्किट डायग्राम अपनी बन गई है। तो हुण इस दे विच तुहानूं मैनूं लगदा भी बार बार दस्सण की लोड़ नहीं कि आह इन्हां दे जिहड़े 4 सैल है उन्हां दे टर्मीनल किहड़े-किहड़े है वो भी तुसी मैंशन करना है। हुण आपां 3 पदार्थ लवांगे। सब तो पहला आपां एक लवांगे नाइक्रोम की तार। नाइक्रोम ये एक मिश्रित धात है, निकल, क्रोमियम, मैगनीज ते आयरन चारों तो मिलके बनी है। एक आपां इहदे विच 10 वाट का बल्ब लवांगे। एक आपां टॉर्च वाला बल्ब लवांगे जिहड़ा कि बिल्कुल छोटा जिहा हुंदा है। हुण इन्हां 3 पदार्थों नूं आपां एक एक करके इस खाली स्थान दे विच लगावांगे। थोड़ा जिहा प्रतिरोध बारे दसदा कि प्रतिरोध पैदा किवें हुंदा है। तुहानूं इस गल दा मैं पहलां भी दस चुकिया कि चालक जिस पदार्थ तो भी बनिया हुंदा है उस दे जिहड़े परमाणु है उहदे विच दोने तरह के चार्ज होंदे आ, भावें इलैक्ट्रॉन भी होंदे उहदे विच प्रोटोन भी होंदे। तां जदों इलैक्ट्रॉन ते प्रोटोन एक दूजे दे उल्ट दिशा विच चलदे हन तां बिजलई धारा
ਵਗਦੀ ਹੈ, ਪਰ ਉਹਦੇ ਵਿੱਚ ਕਿਤੇ ਕਿਤੇ ਜਿਹੜੇ ਸਮਾਨ ਚਾਰਜ ਆ ਇੱਕ ਦੂਜੇ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੰਦੇ ਆ, ਤਾਂ ਉਸੇ ਨਾਲ ਹੀ ਉਸ ਵਿੱਚ ਜਿਹੜਾ ਪ੍ਰਤੀਰੋਧ ਪੈਦਾ ਹੁੰਦਾ ਹੈ। ਪ੍ਰਤੀਰੋਧ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਕਿ ਇਹ ਕਰੰਟ ਦੀ ਉਲਟ ਦਿਸ਼ਾ ਵਿੱਚ ਲੱਗਦਾ ਹੈ। ਤੋ ਕੋਈ ਵੀ ਚਾਲਕ ਜਿਹੜਾ ਹੈਗਾ ਉਹਦੇ ਵਿੱਚ ਇਲੈਕਟ੍ਰੋਨ ਬਿਲਕੁਲ ਫ੍ਰੀ ਮੂਵ ਹੋਣ ਲਈ ਨਹੀਂ ਹੁੰਦੇਗੇ, ਬਿਲਕੁਲ ਆਜ਼ਾਦੀ ਨਾਲ ਇਲੈਕਟ੍ਰੋਨ ਨਹੀਂ ਘੁੰਮ ਸਕਦੇ ਚਾਲਕ ਦੇ ਵਿੱਚ। ਇਸੇ ਕਰਕੇ ਜਦੋਂ ਆਪਾਂ ਇੱਥੇ ਆ ਤਿੰਨੋਂ ਪਦਾਰਥ ਲਾਵਾਂਗੇ ਤਾਂ ਆਪਾਂ ਐਮੀਟਰ ਦੀ ਪੜਤ ਨੋਟ ਕਰਾਂਗੇ। ਹੁਣ ਇਹਨਾਂ ਤਿੰਨੇ ਪਦਾਰਥਾਂ ਦੇ ਇੱਥੇ ਲਗਾਉਣ ਦੇ ਨਾਲ ਜਿਹੜੀ ਐਮੀਟਰ ਦੀ ਪੜਤ ਹੈ, ਜਿਵੇਂ ਆਪਾਂ ਇਹਨੂੰ ਨਾਮ ਦੇ ਦਿੱਤਾ A, ਇਹਨੂੰ ਨਾਮ ਦੇ ਦਿੱਤਾ B, ਇਹਨੂੰ ਨਾਮ ਦੇ ਦਿੱਤਾ C, ਤੋ ਤਿੰਨਾਂ ਦੇ ਵਿੱਚ ਜਿਹੜੀ ਐਮੀਟਰ ਦੀ ਪੜਤ ਹੈ ਆਪਣੀ ਉਹ ਵੱਖ-ਵੱਖ ਹੋਵੇਗੀ, ਕਿਉਂਕਿ ਨਾਈਕ੍ਰੋਮ ਦੀ ਤਾਰ ਦੇ ਵਿੱਚ ਪ੍ਰਤੀਰੋਧ ਜਿਹੜਾ ਹੈ ਤਿੰਨਾਂ ਦਾ ਪ੍ਰਤੀਰੋਧ ਹੋ ਸਕਦਾ ਵੱਖ ਹੋਵੇ। ਜਦੋਂ ਆਪਾਂ ਇਸ ਪ੍ਰੈਕਟੀਕਲ ਨੂੰ ਪ੍ਰੈਕਟੀਕਲੀ ਕਰਾਂਗੇ ਫਿਰ ਆਪਾਂ ਨੂੰ ਉਦੋਂ ਪਤਾ ਲੱਗੇਗਾ ਕਿ ਅਸਲ ਇਹਦੇ ਐਮੀਟਰ ਦੀ ਰੀਡਿੰਗ ਕਿੰਨੀ ਆਈ, ਜਾਂ ਬਲਬ ਦੀ ਕਿੰਨੀ ਆਈ, ਜਾਂ ਟਾਰਚ ਦੇ ਬਲਬ ਦੀ ਕਿੰਨੀ ਆਈ। ਮਤਲਬ ਜਿਸ ਦੇ ਵਿੱਚੋਂ ਕਰੰਟ ਬੜੀ ਬਹੁਤ ਵੱਧ ਮਾਤਰਾ ਵਿੱਚ ਲੰਘ ਰਿਹਾ ਹੈ ਤੇ ਉਹ ਉਪਕਰਨ ਜਿਹੜਾ ਹੈਗਾ ਉਸ ਬਿਜਲਈ ਊਰਜਾ ਦੀ ਵੱਧ ਵਰਤੋਂ ਕਰਕੇ ਆਪਾਂ ਨੂੰ ਦਿਖਾ ਰਿਹਾ ਹੈ, ਇਹਦਾ ਭਾਵ ਉਸ ਵਿੱਚ ਕਿਤੇ ਨਾ ਕਿਤੇ ਪ੍ਰਤੀਰੋਧ ਘੱਟ ਹੈ। ਤਾਂ ਹੋ ਸਕਦਾ A ਦੇ ਵਿੱਚ ਜਿਹੜਾ ਐਮੀਟਰ ਦੀ ਪੜਤ ਹੈ ਉਹ 2 ਐਂਪੀਅਰ ਆਉਂਦੀ ਹੋਵੇ, B ਦੇ ਵਿੱਚ ਹੋ ਸਕਦਾ ਉਹ 5 ਐਂਪੀਅਰ ਹੋਵੇ, ਤੇ C ਟਾਰਚ ਦਾ ਜਿਹੜਾ ਬਲਬ ਹੈ ਉਹਦੇ ਵਿੱਚ ਐਮੀਟਰ ਦੀ ਪੜਤ ਜਿਹੜੀ ਹੈ ਉਹ ਹੋ ਸਕਦਾ 3 ਐਂਪੀਅਰ ਹੋਵੇ। ਤਾਂ ਤਿੰਨਾਂ ਦੇ ਵਿੱਚ ਐਮੀਟਰ ਦੀ ਪੜਤ ਵੱਖ-ਵੱਖ ਹੈ। ਹੁਣ ਇੱਥੋਂ ਸਮਝਣ ਦੀ ਕੋਸ਼ਿਸ਼ ਕਰੋ, ਜਿਸ ਵਿੱਚ ਕਰੰਟ ਵੱਧ ਆ ਰਿਹਾ ਹੈ ਐਮੀਟਰ ਦੀ ਪੜਤ, ਹੁਣ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਪ੍ਰਤੀਰੋਧ ਕਿੰਨਾ ਹੈ। ਇਹ ਆਪਾਂ ਇਹਦੇ ਵਿੱਚ ਜਿਸ ਚਾਲਕ ਦੇ ਵਿੱਚੋਂ ਬਿਜਲਈ ਧਾਰਾ ਜਿੰਨੀ ਵੱਧ ਲੰਘ ਰਹੀ ਹੈ ਉਸ ਦਾ ਪ੍ਰਤੀਰੋਧ ਜਿਹੜਾ ਓਨਾ ਘੱਟ ਹੋਵੇਗਾ। ਜਿਸ ਦੇ ਵਿੱਚੋਂ ਬਿਜਲਈ ਧਾਰਾ ਜਿੰਨੀ ਘੱਟ ਲੰਘ ਰਹੀ ਹੈ, ਕਹਿਣ ਤੋਂ ਭਾਵ ਹੈ ਉਸ ਦਾ ਪ੍ਰਤੀਰੋਧ ਓਨਾ ਵੱਧ ਹੋਵੇਗਾ, ਕਿਉਂਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਪ੍ਰਤੀਰੋਧ ਤੇ ਬਿਜਲਈ ਧਾਰਾ ਇੱਕ ਦੂਜੇ ਦੇ ਖਿਲਾਫ ਕੰਮ ਕਰਦੇ ਆ, ਇੱਕ ਦੂਸਰੇ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਪ੍ਰਤੀਰੋਧ ਘੱਟ ਹੈ ਤਾਂ ਕਰੰਟ ਵੱਧ ਹੈ, ਜੇ ਪ੍ਰਤੀਰੋਧ ਵੱਧ ਹੈ ਤਾਂ ਕਰੰਟ ਘੱਟ ਹੈ। ਇਸ ਲਈ ਇਹਨਾਂ ਤਿੰਨਾਂ ਉਪਕਰਨਾਂ ਦੇ ਵਿੱਚ ਜੇ ਮੰਨ ਲਓ B ਦੇ ਵਿੱਚ ਆਪਣੇ ਕੋਲੇ ਐਮੀਟਰ ਤੇ ਪੜਤ ਵੱਧ ਆਈ, ਕਹਿਣ ਤੋਂ ਭਾਵ ਬਿਜਲਈ ਧਾਰਾ ਵੱਧ ਲੰਘੀ, ਇਹਦਾ ਭਾਵ ਇੱਥੇ ਪ੍ਰਤੀਰੋਧ ਸਭ ਤੋਂ ਘੱਟ ਹੈ। ਹੁਣ ਇਸ ਤੋਂ ਘੱਟ ਕਰੰਟ ਕਿਹਦੇ ਚ ਪੈਦਾ ਹੋਇਆ? ਇਸ ਦੇ ਵਿੱਚ, C ਭਾਵ ਇਹਦੇ ਵਿੱਚ। ਆਪਾਂ ਮੰਨ ਕੇ ਚੱਲ ਰਹੇ ਹਾਂ ਵੀ ਇੱਕ ਤੁਹਾਨੂੰ ਐਗਜ਼ਾਮਪਲ ਦੱਸ ਰਿਹਾ ਮੈਂ ਇਹ, ਪਰ ਅਸਲ ਵੈਲਿਊ ਤੁਹਾਨੂੰ ਉਦੋਂ ਪਤਾ ਲੱਗੇਗੀ ਜਦੋਂ ਇਹ ਪ੍ਰਯੋਗ ਆਪਾਂ ਲੈਬ ਵਿੱਚ ਕਰਾਂਗੇ। ਇਹ ਸਿਰਫ ਸਮਝਾਉਣ ਦਾ ਮਕਸਦ ਹੈ। ਜਿਸ ਵਿੱਚ 3 ਐਂਪੀਅਰ ਕਰੰਟ ਪੈਦਾ ਹੋ ਰਿਹਾ, ਹੁਣ ਕਰੰਟ ਇਸ ਤੋਂ ਘੱਟ ਹੈ, ਇਹਦਾ ਭਾਵ ਹੈ ਪ੍ਰਤੀਰੋਧ B ਤੋਂ ਵੱਧ ਹੈ। ਠੀਕ ਹੈ, ਤਾਂ ਇੱਥੇ ਲਿਖਾਂਗੇ ਆਪਾਂ ਪ੍ਰਤੀਰੋਧ B ਤੋਂ ਵੱਧ। ਹੁਣ ਇੱਥੇ ਕਰੰਟ ਜਿਹੜਾ A ਦੇ ਵਿੱਚ ਪੈਦਾ ਹੋ ਰਿਹਾ, ਭਾਵ ਇਹਦੇ ਚ ਨਾਈਕ੍ਰੋਮ ਦੀ ਤਾਰ ਚ, ਇਹ 3 ਐਂਪੀਅਰ ਤੋਂ ਘੱਟ ਹੈ। ਹੁਣ ਕਰੰਟ ਘੱਟ ਹੈ
ਇਹਦਾ ਮਤਲਬ ਪ੍ਰਤੀਰੋਧ ਇੱਥੇ ਜਿਹੜਾ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਇਸ ਕਿਰਿਆ ਦੇ ਨਤੀਜੇ 'ਚ ਆਪਾਂ ਪਰਖ ਕੀਤੀ ਹੈ ਇਹਨਾਂ ਵੱਖ-ਵੱਖ ਪਦਾਰਥਾਂ ਦੀ। ਆਪਾਂ ਇਸ ਤੋਂ ਇਲਾਵਾ ਹੋਰ ਪਦਾਰਥ ਲੈ ਕੇ ਵੀ ਇਸ ਦੀ ਪਰਖ ਕਰ ਸਕਦੇ ਹਾਂ। ਬੇਸ਼ੱਕ ਆਪਾਂ ਇਹਦੇ ਵਿੱਚ ਕਈ ਇਹੋ ਜਿਹੇ ਪਦਾਰਥ ਵੀ ਵਰਤ ਸਕਦੇ ਹਾਂ ਜਿਨ੍ਹਾਂ ਵਿੱਚੋਂ ਕਰੰਟ ਨਹੀਂ ਲੰਘਦਾ, ਤਾਂ ਹੋ ਸਕਦਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਐਮੀਟਰ ਦੀ ਮਾਈਨਰ ਜੀ ਡਿਫਲੈਕਸ਼ਨ ਹੋਵੇ, ਮਤਲਬ ਥੋੜ੍ਹਾ ਜਿਹਾ ਕਰੰਟ ਵੀ ਹੋ ਸਕਦਾ ਹੈ। ਤਾਂ ਉੱਥੋਂ ਆਪਾਂ ਨੂੰ ਪਤਾ ਲੱਗੇਗਾ ਕਿ ਉਸ ਦਾ ਜਿਹੜਾ ਪ੍ਰਤੀਰੋਧ ਆ ਸਭ ਤੋਂ ਵੱਧ ਹੈ। ਤਾਂ ਇੱਕ ਜਨਰਲ ਜੀ ਜਿਹੜੀ ਨੌਲੇਜ ਤੁਸੀਂ ਰੱਖਣੀ ਹੈ ਕਿ ਜਿਹੜੇ ਚਾਲਕ ਹੁੰਦੇ ਆ ਉਹਨਾਂ ਵਿੱਚ ਪ੍ਰਤੀਰੋਧ ਸਭ ਤੋਂ ਘੱਟ ਹੁੰਦਾ ਹੈ, ਮਤਲਬ ਕਰੰਟ ਨੂੰ ਵਹਿਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਗੀ। ਜਿਹੜੇ ਰੋਧਕ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਇਹਨਾਂ ਵਿੱਚੋਂ ਬਿਜਲੀ ਨਹੀਂ ਲੰਘ ਸਕਦੀ, ਉਹਨਾਂ ਦਾ ਪ੍ਰਤੀਰੋਧ ਸਭ ਤੋਂ ਵੱਧ ਹੁੰਦਾ ਹੈ। ਤੇ ਚਾਲਕ ਤੇ ਰੋਧਕ ਦੇ ਵਿਚਾਲੇ ਆਪਣੇ ਕੋਲੇ ਆ ਜਾਂਦੀਆਂ ਮਿਸ਼ਰਤ ਧਾਤਾਂ। ਮਿਸ਼ਰਤ ਧਾਤਾਂ ਕਿਹੜੀਆਂ ਹੁੰਦੀਆਂ? ਜਿਹੜੀਆਂ ਜਾਂ ਤਾਂ ਦੋ ਧਾਤਾਂ ਦਾ ਮਿਸ਼ਰਣ ਹੁੰਦਾ ਹੈ, ਦੋ ਜਾਂ ਦੋ ਤੋਂ ਵੱਧ ਧਾਤਾਂ, ਜਾਂ ਦੋ ਜਾਂ ਦੋ ਤੋਂ ਵੱਧ ਅਧਾਤਾਂ ਦਾ ਮਿਸ਼ਰਣ ਹੁੰਦਾ ਹੈ, ਜਾਂ ਇੱਕ ਧਾਤ ਤੇ ਇੱਕ ਅਧਾਤ, ਜਾਂ ਜ਼ਿਆਦਾ ਵੀ ਹੋ ਸਕਦੀਆਂ। ਮਿਸ਼ਰਤ ਧਾਤਾਂ ਉਹ ਹੁੰਦੀਆਂ ਜਿਵੇਂ ਹੁਣ ਇੱਥੇ ਨਾਈਕ੍ਰੋਮ ਹੈ, ਤੁਹਾਨੂੰ ਮੈਂ ਇਹਦੇ ਬਾਰੇ ਪਹਿਲਾਂ ਦੱਸ ਚੁੱਕਿਆ ਕਿ ਨਾਈਕ੍ਰੋਮ ਕੀ ਹੈ। ਇੱਕ ਮਿਸ਼ਰਤ ਧਾਤ ਹੈ। ਨਿਕਲ, ਕ੍ਰੋਮੀਅਮ, ਐਲੂਮੀਨੀਅਮ ਤੇ ਆਇਰਨ, ਲੋਹਾ ਭਾਵ, ਇਹਨਾਂ ਚਾਰਾਂ ਤੋਂ ਮਿਲ ਕੇ ਇਹ ਤਾਰ ਬਣੀ ਹੈ। ਸਭ ਤੋਂ ਵਧੀਆ ਚਾਲਕ ਹੈ ਇਹ। ਮਤਲਬ ਇਹਨਾਂ ਦੀ ਜਿਹੜੀ ਪ੍ਰਤੀਰੋਧਕਤਾ ਨਾ ਵਾਲੀ ਵੱਧ ਹੁੰਦੀ ਹੈ ਤੇ ਨਾ ਹੀ ਵਾਲੀ ਘੱਟ ਹੁੰਦੀ ਹੈ। ਤਾਂ ਇਸ 'ਚੋਂ ਆਪਾਂ ਨੂੰ ਪ੍ਰਤੀਰੋਧ ਦੀ ਪਰਖ ਦਾ ਪਤਾ ਲੱਗਿਆ ਕਿ ਕਿਹੜੇ ਕਿਹੜੇ ਪਦਾਰਥ ਜਿਹੜੇ ਹੈਗੇ ਆ ਉਹਨਾਂ ਦੀ ਪ੍ਰਤੀਰੋਧਕਤਾ ਕਿੰਨੀ ਹੁੰਦੀ ਹੈ। ਤਾਂ ਇਸ ਤੋਂ ਬਾਅਦ 'ਚ ਆਪਣੀ ਇੱਕ ਹੋਰ ਐਕਟੀਵਿਟੀ ਆਉਂਦੀ ਹੈ ਜਿਹੜੀ ਕਿ ਅਗਲੀ ਐਕਟੀਵਿਟੀ ਹੈ, ਜਿਸ ਨੂੰ ਆਪਾਂ 12.3 ਕਹਾਂਗੇ। ਤਾਂ ਇਹ ਚੰਗੀ ਤਰ੍ਹਾਂ ਤੁਸੀਂ ਸਮਝ ਲੈਣੀ ਹੈ ਐਕਟੀਵਿਟੀ, ਕਿਉਂਕਿ ਬਹੁਤ ਕੁਛ ਇਸ ਵਿੱਚੋਂ ਆਪਾਂ ਨੂੰ ਸਿੱਖਣ ਨੂੰ ਮਿਲੇਗਾ। ਜਿਹੜੇ ਆਪਣੇ ਬਹੁਤ ਸਾਰੇ ਪ੍ਰਸ਼ਨ ਹੈ ਉਹਨਾਂ ਦੇ ਸੋਲਿਊਸ਼ਨ ਇਹਦੇ ਵਿੱਚੋਂ ਹੋਣਗੇ। ਤਾਂ ਹੁਣ ਮੈਂ ਅਗਲੀ ਕਿਰਿਆ ਕਰ ਰਿਹਾ, ਜਿਹੜੀ ਹੈਗੀ ਆਪਣੀ 12.3। ਇਸ ਕਿਰਿਆ ਦੇ ਵਿੱਚ ਆਪਾਂ ਕੀ ਪਰਖ ਕਰਨੀ ਹੈ? ਪਰਖ ਆਪਾਂ ਕਰਨੀ ਹੈ ਵੀ ਚਾਲਕ ਦਾ ਪ੍ਰਤੀਰੋਧ ਕਿੰਨਾ ਕਾਰਕਾਂ ਤੇ ਨਿਰਭਰ ਕਰਦਾ ਹੈ। ਇਹ ਆਪਣੀ ਕਿਰਿਆ। ਤਾਂ ਇਹਦੇ ਲਈ ਵੀ ਆਪਾਂ ਇੱਕ ਸਰਕਟ ਬਣਾਵਾਂਗੇ, ਬਿਲਕੁਲ ਉਵੇਂ ਹੀ ਜਿਵੇਂ ਆਪਣੇ ਕੋਲੇ ਪਹਿਲਾਂ ਆਪਾਂ ਸਰਕਟ ਬਣਾਇਆ, ਉਸੇ ਤਰ੍ਹਾਂ ਹੀ ਇਹਦਾ ਵੀ ਸਰਕਟ ਬਣਾਉਣਾ। ਤਾਂ ਉਸ ਸਰਕਟ ਦੇ ਵਿੱਚ ਆਪਾਂ ਆਹ ਵਾਲੇ ਜਿਹੜੇ ਦੋ ਬਿੰਦੂ ਛੱਡੇ ਹੋਏ ਆ, ਇਹ ਪਰਿਵਰਤਨਸ਼ੀਲ ਹੈ, ਜਿਨ੍ਹਾਂ ਵਿੱਚ ਆਪਾਂ ਅਲੱਗ-ਅਲੱਗ ਪਦਾਰਥ ਲਗਾਵਾਂਗੇ, ਜਿਸ ਵਿੱਚ ਆਪਾਂ ਪਰਖ ਵੀ ਕਰਨੀ ਹੈ ਕਿ ਚਾਲਕ ਦਾ ਪ੍ਰਤੀਰੋਧ ਕਿੰਨਾ ਕਾਰਕਾਂ ਤੇ ਨਿਰਭਰ ਕਰਦਾ। ਇਹਨਾਂ ਚਾਰ ਪਦਾਰਥ ਆਪਾਂ ਇੱਥੇ ਵਰਤਾਂਗੇ, ਉਹਨਾਂ ਚਾਰਾਂ ਤੋਂ ਹੀ ਆਪਣੇ ਕਾਰਕ ਜਿਹੜੇ ਆ ਉਹ ਸਿੱਧ ਹੋ ਜਾਣਗੇ। ਤੋ ਇਹਦੇ 'ਚ ਸਭ ਤੋਂ ਪਹਿਲਾਂ ਥੱਲੇ ਇੱਕ ਆਪਣੇ ਕੋਲੇ ਬੈਟਰੀ ਆ ਜਾਏਗੀ। बैटरी तो अगे आप कनैक्ट करांगे
एमीटर, एमीटर जिहड़ा कनैक्ट करन तो बाद आपां अगांह एक कुंजी लगाई है, भाव जिन्हों आपां की क्या सीगा। हुण इस तो बाद च पहला पदार्थ आपां इत्थे वरत्या होया, आपां इहनूं संकेत कर दिंदे हैं। एक दूसरा पदार्थ भी आपां बना दिंदे हैं। तीसरा, चौथा। हुण इन्हां नूं आपां एक संकेत दे दिंदे हैं। आ हैगा अपना ए, आ हैगा अपना बी, आ अपना पदार्थ है सी, आ अपना पदार्थ है डी। हुण इहदे विच पहले नंबर ते जिहड़ा आपां ए लिया है, ये हैगी है नाइक्रोम दी तार। बी आपां लिया जिन्नी नाइक्रोम दी तार दी पहली लंबाई है उस तो दुगनी लंबाई कर ली, तो ए तो दुगनी लंबाई दी तार, तीसरे नंबर ते आपां सी जिहड़ा लिया है वो की है वध मोटाई आई तार। ते डी आपां जिहड़ा ले लिया, जे आ नाइक्रोम दी तार सीगियां दोने, तो डी आपां ले ली तांबे दी तार। हुण आपां किरिया नूं चारां नाल अलग अलग समय ते करके देखांगे। पहला इस क्रिया दे विच आपां इन्हां टर्मिनलां ते ए लावांगे, फिर बी लावांगे, फिर सी लावांगे, फिर डी लावांगे। चारां दे दौरान आपां एमीटर की पढ़त नोट करनी है। तो उवें आपां टेबल बना लैंदे हैं। एमीटर की पढ़त ते पदार्थ किहड़ा अपना, चार पदार्थ आपां लए है, एक ए है, एक बी है, एक सी है, एक डी है। हुण जदों आपां प्रैक्टिकली करांगे तो नाइक्रोम की तार जिहड़ी है वो तांबे वर्गा वधिया चालक नहीं हैगा, क्योंकि तुहानूं पहलां दस्सिया होया कि धातां वधिया चालक है। मिश्रत धातां जिहड़ियां उन्हां दी प्रतिरोधकता जिहड़ी हैगी है चालकां दे मुकाबले थोड़ी जी वध है, ते जिहड़े रोधक है उन्हां दी सब तो वध प्रतिरोधकता सी। तां ए दी जिहड़ी अपने कोले नाइक्रोम दी तार इत्थे लगा के ए वाली एमीटर की पढ़त अपनी आ गई 4 एंपीयर। जदों इसे नाइक्रोम की तार की लंबाई दुगनी करती तो करंट जिहड़ा हैगा वो पहलां दे मुकाबले अद्धा हो गया।
ਕਹਿਣ ਦਾ ਭਾਵ ਹੈ ਪ੍ਰਤੀਰੋਧਕਤਾ ਵੱਧ ਗਈ। ਤਾਂ ਐਮੀਟਰ ਦੀ बढ़त कितनी आई 2 एम्पीयर। ਹੁਣ ਜਿਹੜੀ C है ਇਹਦੇ ਵਿੱਚ ਤਾਰ ਦਾ परिखेत्र काट का खेत्रफल ਜਿਹੜਾ ਵੱਧ है, ਕਹਿਣ ਤੋਂ ਭਾਵ ਉਸ ਦੀ ਮੋਟਾਈ ਇਸ ਤਾਰ ਦੇ ਜਾਂ ਤਾਂਬੇ ਦੀ ਤਾਰ ਦੇ ਮੁਕਾਬਲੇ ਵੱਧ है। ਤਾਂ ਇਹਦੇ ਵਿੱਚ ਜਿਹੜਾ ਆਪਣਾ ਕਰੰਟ ਪੈਦਾ ਹੋਇਆ ਉਹ ਇਹਨਾਂ ਤੋਂ ਵੀ ਜ਼ਿਆਦਾ ਪੈਦਾ ਹੋਏਗਾ। ਐਮੀਟਰ ਦੀ बढ़त आ गई 6 एम्पीयर। ਹੁਣ डी ਆਪਾਂ ਕੀ ਵਰਤਿਆ ਸੀ ਤਾਂਬੇ ਦੀ ਤਾਰ। ਤਾਂ ਇਸ ਦੇ ਵਿੱਚ ਇਹ ਜਿੰਨੀ ਹੀ ਲੰਬਾਈ ਹੈ ਤਾਰ ਦੀ, ਪਰ ਤਾਰ ਪਦਾਰਥ ਕਿਸੇ ਹੋਰ ਤੋਂ ਬਣੀ ਹੈ। ਪਹਿਲਾਂ ਨਾਈਕ੍ਰੋਮ ਤੋਂ ਬਣੀ ਸੀ, ਫਿਰ ਇਹ ਤਾਂਬੇ ਤੋਂ ਬਣੀ। ਇਸ ਦੀ ਆਪਣੇ ਕੋਲੇ बढ़त आ गई 5 एम्पीयर। ਤਾਂ ਆ ਪਹਿਲੀਆਂ ਦੋ ਪੜਤਾਂ ਤੋਂ ਆਪਾਂ ਕੀ ਅੰਦਾਜ਼ਾ ਲਾਇਆ, ਆਪਾਂ ਚੈੱਕ ਕਰਨਾ। ਇਸ ਪੜਤ ਤੋਂ ਆਪਾਂ ਕੀ ਅੰਦਾਜ਼ਾ ਲਾਇਆ ਤੇ ਇਸ ਪੜਤ ਤੋਂ ਆਪਾਂ ਕੀ ਅੰਦਾਜ਼ਾ ਲਾਇਆ। ਤਿੰਨਾਂ ਨੂੰ ਆਪਾਂ ਥੋੜਾ ਜਿਹਾ ਸੋਚ ਵਿਚਾਰ ਕਰਕੇ ਆਪਾਂ ਜਿਹੜੇ ਨਤੀਜੇ ਤੇ ਪਹੁੰਚਾਂਗੇ। ਹੁਣ ਆਹ ਦੋਨੇ ਤਾਰਾਂ ਸੇਮ ਪਦਾਰਥ ਦੀਆਂ, ਭਾਵ ਨਾਈਕ੍ਰੋਮ ਦੀਆਂ, ਪਰ ਪਹਿਲੀ ਵਿੱਚ ਕਰੰਟ ਵੱਧ ਆਇਆ, ਦੂਜੀ ਵਿੱਚ ਲੰਬਾਈ ਦੁੱਗਣੀ ਕਰਤੀ, ਕਰੰਟ ਅੱਧਾ ਹੋ ਗਿਆ। ਕਹਿਣ ਤੋਂ ਭਾਵ ਹੈ ਚਾਲਕ ਦਾ ਪ੍ਰਤੀਰੋਧ, ਜਿਹਨੂੰ ਆਪਾਂ R ਨਾਲ ਸੰਕੇਤ ਕਰਦੇ ਹਾਂ, ਪ੍ਰਤੀਰੋਧ ਵੱਧਦਾ ਜਾਂਦਾ ਹੈ ਜਿਵੇਂ ਜਿਵੇਂ ਆਪਾਂ ਤਾਰ ਦੀ ਲੰਬਾਈ ਵਧਾਉਂਦੇ ਜਾਵਾਂਗੇ। ਕਰੰਟ ਘਟਣ ਦਾ ਕਾਰਨ ਹੈ ਪ੍ਰਤੀਰੋਧ ਵੱਧ ਰਿਹਾ ਹੈ। ਪਹਿਲੀ 'ਚ ਕਰੰਟ 4 एम्पीयर ਸੀ ਕਿਉਂਕਿ ਲੰਬਾਈ ਘੱਟ ਸੀ, ਦੂਜੀ 'ਚ ਕਰੰਟ 2 एम्पीयर ਹੈ। ਕਹਿਣ ਤੋਂ ਭਾਵ ਹੈ ਪ੍ਰਤੀਰੋਧ ਵੱਧ ਗਿਆ, ਇਹਦੇ 'ਚ ਪ੍ਰਤੀਰੋਧ ਘੱਟ ਸੀ। ਤਾਂ ਆਪਾਂ ਪਹਿਲਾਂ ਇਸ ਦਾ ਜਿਹੜਾ ਆਪਾਂ ਸਭ ਤੋਂ ਪਹਿਲਾ ਕਾਰਕ ਜਾਣ ਸਕਦੇ ਹਾਂ ਕਿ ਜਿਹੜਾ ਪ੍ਰਤੀਰੋਧ ਹੈ ਇਹ ਸਿੱਧਾ ਅਨੁਪਾਤੀ ਹੁੰਦਾ ਹੈ ਤਾਰ ਦੀ ਲੰਬਾਈ ਦੇ। ਜਿਵੇਂ ਜਿਵੇਂ ਆਪਾਂ ਤਾਰ ਦੀ ਲੰਬਾਈ ਵਧਾਉਂਦੇ ਜਾਵਾਂਗੇ ਜਿਹੜਾ ਪ੍ਰਤੀਰੋਧ ਹੈ ਉਹ ਵੀ ਵੱਧਦਾ ਜਾਵੇਗਾ। ਤਾਂ ਹੀ ਕਰਕੇ ਆਪਾਂ ਸਿੱਧਾ ਅਨੁਪਾਤੀ ਦਾ ਸਾਈਨ ਲਾਇਆ। ਤੋ ਇਹ ਹੋਇਆ ਆਪਣਾ ਪਹਿਲਾ ਕਾਰਕ। ਆਪਾਂ ਇੱਥੇ ਲਿਖ ਵੀ ਸਕਦੇ ਹਾਂ ਕਿ ਚਾਲਕ ਦਾ ਪ੍ਰਤੀਰੋਧ ਕਿੰਨਾ ਕਾਰਕਾਂ ਤੇ ਨਿਰਭਰ ਕਰਦਾ ਹੈ। ਸਭ ਤੋਂ ਪਹਿਲਾ ਕਾਰਕ ਆਪਾਂ ਦੱਸਿਆ ਚਾਲਕ ਦੀ ਲੰਬਾਈ। दूसरा कारक इत्थे अनुपाती का साइन लाते रहांगे आपां। हुण आ जिहड़ा चालक की लंबाई का आपां सिट्टा कढिया, ये पहलियां दो रीडिंग्स तो लिया बाप ए ते बी तो। जदों नाइक्रोम की तार की लंबाई एक बारी तो एक्स, दूजी बारी उस तो दुगनी करती, भाव 2x करती, जो भी आप कह सकते हैं। हुण आ तार की मोटाई के करके जिहड़ा करंट अपने कोले पैदा होया एमीटर दे विच वो वध सीगा। कहण तो भाव है प्रतिरोध घट गया, एक चीज़ घट गई तो दूसरी चीज़ वध गई। तो वो की हुंदा है उल्ट अनुपाती। तां जिहड़ी तार की मोटाई है उन्होंने आपां परिखेत्र काट का खेत्रफल भी कह सकते हैं। जिन्हों आपां संकेत करते हैं ए दे नाल। किहदे नाल संकेत करते हैं? ए नाल। तां प्रतिरोध उल्ट अनुपाती होया चालक दे परिखेत्र काट दे खेत्रफल दे। तो दूसरा कारक यह हो गया, केड़ा कारक है? चालक दे
परिखेतर काट का खेत्रफल। प्रतिरोध लंबाई के नाल नाल चलता है, पर परिखेतर काट के खेत्रफल के उल्ट चलता है। भाव जे मोटाई वधाई प्रतिरोध घट गया। तो ये अपना इस दे नाल पता लग गया, अपन पहला पॉइंट भी पता लग गया। हुण तीसरा पॉइंट जिहड़ा है, देखो उन्नी ही लंबाई ए दी है ते उन्नी ही लंबाई डी दी है, पर पदार्थ वख-वख है। ए नाइक्रोम तो है ते जिहड़ा डी है वो तांबे तो है। ए नाइक्रोम की बनी है ते डी तांबे की बनी है, पर करंट दोनों का वख-वख है। नाइक्रोम च 4 एम्पीयर पैदा होया उन्नी लंबाई च, ते डी च उन्नी लंबाई च 5 एम्पीयर प्राप्त होया, जिहड़ी एमीटर ते अपने कोले रीडिंग आई। तो हुण इत्थे करंट दे विच फर्क क्यों पिया, भाव प्रतिरोध दे विच फर्क क्यों पिया? कारण है पदार्थ दी प्रवृत्ति की है। वट इज द नेचर ऑफ द सबसटेंस। तो तीसरा कारक जिहड़ा अपना होवेगा वो है पदार्थ दी प्रवृत्ति। तो चालक के प्रतिरोध के कारक आपां नूं पता लग गए। 3 कारक है, चालक की लंबाई, चालक के परिखेतर काट का खेत्रफल ते पदार्थ की प्रवृत्ति। ये तुहानूं 2 नंबर या 3 नंबर के विच भी किते ना किते ये प्रश्न पूछा जा सकता है, ना तुसीं एक्सप्लेनेशन दे सकते हैं। हुण आपां इन्हां दोवां तो प्रतिरोधकता बारे पता करांगे। तां 1 ਅਤੇ 2 तो अपने को आर कितना आ गया, आर बराबर इन्हां दोनों को गुणा कर देंगे। बराबर नहीं पावांगे, इत्थे अनुपात का संकेत ही पावांगे। L इंटू 1/A, या ये बन गया अपने को R अनुपात L/A, जिहदे विचों L अपने को लंबाई सी ते A अपने को परिखेतर काट का खेत्रफल सी। हुण ये अनुपात है, इसका मतलब बराबर नहीं गा, तो इस अनुपात नूं आपां दूर करना। वो दूर करने लई हुण आपां की करांगे, जे ना समझ आवे तो एक बार दोबारा तुसीं फिर देख सकते हैं इस लैक्चर में बैक करके, तो उत्थों तुहानूं ज़्यादा बैटर पता लगेगा। तो हुण प्रतिरोधकता ते आने आपां दिमाग च रखना है, क्योंकि हुण मैं इत्थों शुरू करूँगा अगला जिहड़ा इस विच टॉपिक है। आपां देखिया कि R अनुपाती है L/A दे। हुण इत्थे अनुपात नूं खत्म करन लई आपां इन्हां दोनों चों एक पासे कोई स्थिर अंक लावांगे जिस नाल ये बराबर हो जू, क्योंकि जिहड़ा स्थिर हुंदा है जदों किते दोवां दे विच लड़ाई हुंदी है, तो जिहड़ा स्थिर बंदा हुंदा, बैलेंस्ड बंदा हुंदा है, वो आके दोनों दे विच मेल जोल करा दिंदा है, उन्होंने लड़न तो रोकन दे दिंदा है, या किते विरोधता हुंदी है वो खत्म कर दिंदा है। तो उस तरह इस दे विच आपां एक स्थिर अंक स्थापित करना है, जिन्हें ने कि दोनों दे विच बराबरी पा देनी है। हाँ भी तू भी मेरा सन्मान करदा है तो मैं भी तेरा सन्मान करूँगा। तो वो इस दे विच जिहड़ा
ਸਥਿਰ ਅੰਕ ਹੈ ਉਹਦਾ ਸੰਕੇਤ ਹੈਗਾ ਇਸ ਤਰ੍ਹਾਂ। ਬਾਕੀ ਆਪਾਂ ਉਵੇਂ ਲਿਖ ਦਾਂਗੇ L/A। ਹੁਣ ਇਹ ਸਥਿਰ ਅੰਕ ਕੀ ਹੈ? ਇਸ ਨੂੰ ਆਪਾਂ ਕਹਿੰਦੇ ਆ ਰੋ, ਤੇ ਇਹਨੂੰ ਆਪਾਂ ਕਹਿੰਦੇ ਆ ਪ੍ਰਤੀਰੋਧਕਤਾ। ਕੀ ਹੁੰਦੀ ਹੈ ਇਹ? ਪ੍ਰਤੀਰੋਧਕਤਾ। ਹੁਣ ਜੇ ਆਪਾਂ ਪ੍ਰਤੀਰੋਧਕਤਾ ਦਾ ਫਾਰਮੂਲਾ ਪਤਾ ਕਰਨਾ ਹੋਵੇ ਉਹ ਕੀ ਹੋਵੇਗਾ? ਬਾਕੀ ਸਾਰੀਆਂ ਚੀਜ਼ਾਂ ਉਧਰ ਆਪਾਂ ਮਲਟੀਪਲਾਈ ਜਾਂ ਡਿਵਾਈਡ ਕਰ ਦਾਂਗੇ, ਇੱਕ ਪਾਸੇ ਆ ਰੱਖ ਦਾਂਗੇ ਪ੍ਰਤੀਰੋਧਕਤਾ। ਇਹ ਬਰਾਬਰ ਹੈ R ਦੇ ਨਾਲ A ਗੁਣਾ ਹੋ ਗਿਆ ਬਟਾ L ਆ ਗਿਆ। ਜੇ ਹੁਣ ਇਸ ਦਾ ਆਪਾਂ ਪੂਰਾ ਇਕਾਈ ਵੀ ਸਥਾਪਿਤ ਕਰਨੀ ਹੈ ਤਾਂ ਆਪਣੇ ਕੋਲੇ ਪ੍ਰਤੀਰੋਧ ਦੀ ਇਕਾਈ ਹੁੰਦੀ ਹੈ ਓਮ, ਜਿਹਨੂੰ ਆਪਾਂ ਐ ਸੰਕੇਤ ਕਰਦੇ ਹਾਂ। ਪਰਿਖੇਤਰ ਕਾਟ ਦਾ ਖੇਤਰਫਲ ਜਿਹੜਾ ਹੁੰਦਾ ਹੈ ਉਹ ਆਪਾਂ ਮੀਟਰ ਸਕੁਅਰ, ਜਿਹੜੀ ਲੰਬਾਈ ਹੈ ਚਾਲਕ ਦੀ ਉਹ ਮੀਟਰ 'ਚ, ਤੇ ਇਹਨੂੰ ਆਪਾਂ ਆ ਮੀਟਰ ਇੱਕ ਕੱਟ ਦਾਂਗੇ, ਆਪਣੇ ਕੋਲੇ ਆ ਜਾਏਗਾ ਓਮ ਮੀਟਰ, ਜਿਹੜੀ ਕਿ ਪ੍ਰਤੀਰੋਧਕਤਾ ਦੀ ਇਕਾਈ ਹੈ। ਜਿਵੇਂ ਆਪਾਂ ਪਹਿਲਾਂ ਪਿਛਲੇ ਲੈਕਚਰਾਂ ਵਿੱਚ ਆਪਾਂ ਇੱਕ ਐਂਪੀਅਰ ਦੀ ਪਰਿਭਾਸ਼ਾ ਦੇਖੀ ਸੀ, ਇੱਕ ਵੋਲਟ ਦੀ ਪਰਿਭਾਸ਼ਾ ਦੇਖੀ ਸੀ। ਤਾਂ ਆਪਾਂ ਪਿਛਲੇ ਲੈਕਚਰ ਵਿੱਚ ਕਰਿਆ ਸੀਗਾ ਕਿ V ਬਰਾਬਰ IR ਹੁੰਦਾ ਹੈ ਤੇ R ਬਰਾਬਰ ਹੁੰਦਾ V/I। R ਆਪਣੇ ਕੋਲੇ ਜਿਹਨੂੰ ਪ੍ਰਤੀਰੋਧ ਕਹਿੰਦੇ ਆ, ਜੇ 1 ਓਮ ਹੋਵੇਗਾ ਤਾਂ ਇਹਦਾ ਭਾਵ ਹੈ ਪੋਟੈਂਸ਼ੀਅਲ ਅੰਤਰ 1 ਵੋਲਟ ਬਟਾ ਕਰੰਟ 1 ਐਂਪੀਅਰ। ਤਾਂ 1 ਓਮ ਦੀ ਪਰਿਭਾਸ਼ਾ ਕੀ ਹੋਵੇਗੀ? 1 ਓਮ ਉਸ ਚਾਲਕ ਦਾ ਪ੍ਰਤੀਰੋਧ ਹੈ ਜਿਸ ਚਾਲਕ ਦੇ ਸਿਰਿਆਂ ਤੇ 1 ਵੋਲਟ ਪੋਟੈਂਸ਼ੀਅਲ ਅੰਤਰ ਅਤੇ ਉਸ ਚਾਲਕ ਵਿੱਚੋਂ 1 ਐਂਪੀਅਰ ਕਰੰਟ ਲੰਘ ਰਿਹਾ ਹੈ। ਤਾਂ ਉਸ ਚਾਲਕ ਦੇ ਵਿੱਚ ਜੋ ਪ੍ਰਤੀਰੋਧ ਪੈਦਾ ਹੋ ਰਿਹਾ ਹੈ ਉਹ ਆਪਣੇ ਕੋਲੇ 1 ਓਮ ਹੈ। ਤਾਂ ਇਹ ਮੈਂ ਤੁਹਾਨੂੰ ਸਿਰਫ ਇੱਕ ਛੋਟਾ ਜਿਹਾ ਉਹ ਪਿਛਲੇ ਲੈਕਚਰ ਦੇ ਨਾਲ ਕੋਰਿਲੇਟ ਕੀਤਾ ਸੀਗਾ, ਇਸ ਦੇ ਨਾਲ ਇਸ ਦਾ ਰਿਲੇਸ਼ਨ ਨਹੀਂ ਹੈਗਾ। ਸਿੰਪਲੀ ਮੈਨੂੰ ਯਾਦ ਆ ਗਿਆ ਵੀ ਸ਼ਾਇਦ ਮੈਂ ਕਰਵਾਇਆ ਨਹੀਂ ਸੀਗਾ, ਇਸ ਕਰਕੇ ਮੈਂ ਇਹ ਕਰਾਇਆ ਤੁਹਾਨੂੰ। ਤਾਂ ਪ੍ਰਤੀਰੋਧਕਤਾ ਬਾਰੇ ਆਪਾਂ ਜਾਣਿਆ। ਹੁਣ ਪ੍ਰਤੀਰੋਧਕਤਾ ਦੀ SI ਇਕਾਈ ਆਪਾਂ ਦੇਖੀ ਓਮ ਮੀਟਰ ਹੈ। ਤਾਂ ਇਸ ਪ੍ਰਤੀਰੋਧਕਤਾ ਬਾਰੇ ਤੁਹਾਨੂੰ ਇਹ ਦੱਸ ਦਿੱਤਾ ਕਿ ਇਹ ਇੱਕ ਅਨੁਪਾਤੀ ਸਥਿਰ ਅੰਕ ਹੈ ਤੇ ਕਿਸੇ ਵੀ ਪਦਾਰਥ ਦਾ ਇਹ ਵਿਸ਼ੇਸ਼ ਗੁਣ ਹੈ। ਇਹ ਜਿਹੜੀ ਪ੍ਰਤੀਰੋਧਕਤਾ ਹੈ ਧਾਤਾਂ ਤੇ ਮਿਸ਼ਰਤ ਧਾਤਾਂ ਤੇ ਮਿਸ਼ਰਤ ਧਾਤਾਂ ਇਹਨਾਂ ਦੀ ਜਿਹੜੀ ਪ੍ਰਤੀਰੋਧਕਤਾ ਹੁੰਦੀ ਹੈ ਬਹੁਤ ਘੱਟ ਹੁੰਦੀ ਹੈ। ਪਰ ਜੇ ਰੋਧਕ ਪਦਾਰਥ ਦੇਖੀਏ ਉਹਨਾਂ ਦੀ ਪ੍ਰਤੀਰੋਧਕਤਾ ਬਹੁਤ ਵੱਧ ਹੁੰਦੀ ਹੈ। ਆਪਣੇ ਕੋਲੇ ਕਿਤਾਬ ਦੇ ਵਿੱਚ ਇੱਕ ਸਾਰਣੀ ਵੀ ਦਿੱਤੀ ਹੋਈ ਹੈ ਜਿਸ ਦੇ ਵਿੱਚ ਚਾਲਕ, ਮਿਸ਼ਰਤ ਧਾਤਾਂ ਤੇ ਬਿਜਲੀ ਰੋਧਕਤਾ ਦੀ ਪ੍ਰਤੀਰੋਧਕਤਾ ਦਿੱਤੀ ਹੋਈ ਆਪਾਂ ਨੂੰ। ਤਾਂ ਉਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਪ੍ਰਤੀਰੋਧਕਤਾ ਕਿੰਨਾ ਦੀ ਵੱਧ ਹੈ ਜਾਂ ਕਿੰਨਾ ਦੀ ਘੱਟ ਹੈ। ਹੁਣ ਇਸ ਫਾਰਮੂਲੇ ਤੇ ਆਧਾਰਿਤ ਆਪਾਂ ਨੂੰ ਨੂਮੈਰੀਕਲ ਵੀ ਆ ਸਕਦੇ ਆ। ਤਾਂ ਨੂਮੈਰੀਕਲ ਲਈ ਤੁਹਾਡੇ ਕੋਲੇ
जे मान लो किसी की प्रतिरोधकता पता करने लिए आपां नूं देती, अपने कोले प्रतिरोध भी दिता होया है, तार के परिखेत्र काट का खेत्रफल भी दिता होया है, तार की लंबाई भी दी हुई है, तो आप उस मल्टीप्लाई ते डिवाइड करके प्रतिरोधकता आप पता लगा सकते हैं। जिवें कि अपने कोले उदाहरण 12.3 ते 12.4 12.5 इस पाठ में हैगियां किताब के सॉल्व कीतियां हुई, वो इन्हां ते ही आधारित है। तो कुछ उन्होंने पोटेंशियल अंतर के नाल जोड़िया होया, तो उतों आप ये पढ़ सकते हैं। हुण जिहड़ियां मिश्रित धातां हैं उन्हां दी प्रतिरोधकता जिहड़ी है धातां दे मुकाबले थोड़ी वध हुंदी है, ते आम तौर पर ही उच्चे तापमान के उत्ते उन्हां दा आक्सीकरण जल्दी हो जाता है। यही कारण है कि बिजली प्रैस या जिहड़े टोस्टर है, इहो ਜਿਹੇ यंत्रां दे विच मिश्रित धातां दा उपयोग वध कीता जाता है। बिजली बल्ब है उस दे विच टंगस्टन का उपयोग किया जाता है, पर जिथों कितों अपने चालक के तौर पर काम लेना है, जिन्हां विच उहदी बिजलई धारा भेजनी हैगी है, उत्थे आपां कॉपर ते एलूमीनीयम का उपयोग करते हैं। तो इस प्रतिरोधकता नूं बिजलई उपकरणों का बहुत ही जरूरी अंग समझिया जाए। तो यह अपना जिहड़ा अज का लैक्चर सीगा, जिस विच आपां प्रतिरोध बारे जानिया भी प्रतिरोध वख-वख पदार्थों का वख-वख क्यों हुंदा है, फिर आपां चालक का प्रतिरोध किहड़े-किहड़े कारकां ते निर्भर करता है, उन्हां कारकां तो ही आपां फिर प्रतिरोधकता बारे जानिया। तो अज लई इन्ना ही। तो बहुत सारे प्रश्न हैगे आ जिहड़े तुसीं इस विचों कर सकते हैं, जिवें कि सब तो पहला प्रश्न है कि चालक का प्रतिरोध किहड़े कारकां ते निर्भर करता है। इस तरह अगला प्रश्न इस विच हैगा 1 ओम की परिभाषा दिओ। इस तरह प्रश्न बनता है कि प्रतिरोधकता की है, ते चालक मिश्रित धातां अते बिजली रोधकां विचों किस दी प्रतिरोधकता सब तो घट होंदी है। घट की जगह आप वध कर दिए, वध होंदी है। तो इस तरह एक प्रश्न बनता है कि प्रतिरोधकता की इकाई की है। फिर बिजलई प्रेस
ਅਤੇ ਆਪਣੇ ਕੋਲ ਸੀ ਜਿਹੜਾ ਤੁਹਾਨੂੰ ਪ੍ਰਸ਼ਨ ਅਤੇ ਟੋਸਟਰਾਂ ਵਿੱਚ ਚਾਲਕ ਮਿਸ਼ਰਤ ਧਾਤ ਅਤੇ ਬਿਜਲੀ ਰੋਧਕਾਂ ਵਿੱਚੋਂ ਕਿਸ ਦਾ ਉਪਯੋਗ ਕੀਤਾ ਜਾਂਦਾ ਹੈ। ਤਾਂ ਇਹ ਕੁਝ ਪ੍ਰਸ਼ਨ ਹੈ ਜਿਹੜੇ ਇਸ ਵਿੱਚੋਂ ਕੀਤੇ ਜਾ ਸਕਦੇ ਆ ਪ੍ਰੈਕਟਿਸ ਦੇ ਤੌਰ ਤੇ, ਜੋ ਟੌਪਿਕ ਤੁਹਾਨੂੰ ਸਮਝਾਇਆ ਗਿਆ। ਤਾਂ ਕੱਲ੍ਹ ਦੇ ਲੈਕਚਰ 'ਚ ਆਪਾਂ ਪ੍ਰਤੀਰੋਧਕ ਜਿਹੜੇ ਹੈਗੇ ਆ ਉਹਨਾਂ ਦੇ ਸਿਸਟਮ ਦੀ ਗੱਲ ਕਰਾਂਗੇ, ਉਸ ਬਾਰੇ ਹੋਰ ਜਾਣਾਂਗੇ। ਤਾਂ ਅੱਜ ਲਈ ਇੰਨਾ ਹੀ ਕਾਫੀ ਹੈ। ਬਹੁਤ ਧੰਨਵਾਦ।